ਅੱਜ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਿਆਈ ਗੱਦੀ ਦਿਵਸ ਦੇ ਸੰਬੰਧ ਵਿੱਚ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਦੇ ਸੰਬੰਧ ਵਿੱਚ ਥੋੜ੍ਹਾ ਸਮਾਂ ਵਿਚਾਰ ਕਰਾਂਗੇ। ਜਸਵੰਤ ਸਿੰਘ ਨੇਕੀ ਇੱਕ ਛੋਟੀ ਜਿਹੀ ਘਟਨਾ ਲਿਖਦੇ ਨੇ ਜੋ ਉਹਨਾਂ ਦੇ ਆਪਣੇ ਨਾਲ ਬੀਤੀ। ਉਹ ਕਹਿੰਦੇ ਨੇ, ਮੈਨੂੰ ਇੱਕ ਮਹਾਂਪੁਰਸ਼ ਮਿਲੇ। ਉਹ ਮਹਾਂਪੁਰਸ਼ ਬੜਾ ਨਾਮ ਅਭਿਆਸੀ ਸਨ। ਉਹਨਾਂ ਦੇ ਨੇਤਰਾਂ ਵਿੱਚ ਅੱਠੇ ਪਹਿਰ ਨਾਮ ਦੀ ਖੁਮਾਰੀ ਚੜ੍ਹੀ ਰਹਿੰਦੀ ਸੀ। ਉਹਨਾਂ ਨੂੰ ਵੇਖਿਆ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਹ ਕਿਸੇ ਨਸ਼ੇ ਵਿੱਚ ਮਸਤ ਹੋਏ ਹੋਣ। ਉਹ ਕਹਿੰਦੇ, ਮੈਂ ਉਹਨਾਂ ਦੇ ਕੋਲ ਗਿਆ, ਬੜੀ ਨਿਮਰਤਾ ਨਾਲ ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਸ਼ੋ, ਤੁਹਾਡੇ ਨੇਤਰਾਂ ਵਿੱਚ ਇੰਨੀ ਖੁਮਾਰੀ ਹੈ, ਤੁਸੀਂ ਕੀ ਨਾਮ ਜਪਦੇ ਹੋ? ਤੇ ਮਹਾਂਪੁਰਸ਼ ਆਖਣ ਲੱਗੇ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਜਪਦਾ। ਤੇ ਉਹਨਾਂ ਨੇ ਪੁੱਛਿਆ ਵੀ ਸਿੱਖ ਸਮਾਜ ਅੰਦਰ ਤੇ ਸਿੱਖਾਂ ਨੂੰ ਹੁਕਮ ਹੈ ਵਾਹਿਗੁਰੂ ਸ਼ਬਦ ਜਪਣ ਦਾ, ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਜਪਦੇ ਹੋ। ਜੇ ਤੁਸੀਂ ਉਹਨਾਂ ਦਾ ਨਾਮ ਜਪਦੇ ਹੋ ਤੇ ਫਿਰ ਤੁਸੀਂ ਉਹਨਾਂ ਦਾ ਧਿਆਨ ਵੀ ਕਰਦੇ ਹੋਵੋਗੇ। ਹੁਣ ਉਹ ਸਰੀਰ ਵਿੱਚ ਨਹੀਂ ਹਨ, ਫਿਰ ਤੁਸੀਂ ਉਹਨਾਂ ਦੀ ਤਸਵੀਰ ਦਾ ਧਿਆਨ ਕਰਦੇ ਹੋਵੋਗੇ। ਇਹ ਕਹਿੰਦੇ, ਮੈਂ ਕੁਛ ਖਦਸ਼ਾ ਜਿਹਾ ਪ੍ਰਗਟ ਕੀਤਾ ਉਹਨਾਂ ਦੇ ਸਾਹਮਣੇ। ਉਹ ਆਖਣ ਲੱਗੇ, ਨਹੀਂ, ਮੈਂ ਨਾਮ ਤੇ ਗੁਰੂ ਗੋਬਿੰਦ ਸਿੰਘ ਦਾ ਹੀ ਜਪਦਾ, ਪਰ ਮੈਂ ਧਿਆਨ ਉਹਨਾਂ ਦੀ ਤਸਵੀਰ ਦਾ ਨਹੀਂ ਧਰਦਾ। ਫਿਰ ਧਿਆਨ ਕਿਹਦਾ ਧਰਦੇ ਹੋ? ਉਹ ਆਖਣ ਲੱਗੇ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੀਵਨ ਵਿੱਚ ਕੀਤਾ, ਜੋ ਉਹਨਾਂ ਨੇ ਕਰਮ ਕਮਾਏ, ਜੋ ਉਹਨਾਂ ਨੇ ਉਪਕਾਰ ਕੀਤੇ, ਮੈਂ ਗੁਰੂ ਜੀ ਦੇ ਉਪਕਾਰਾਂ ਦਾ ਧਿਆਨ ਧਰਦਾ ਹਾਂ। ਉਹ ਆਖਣ ਲੱਗੇ, ਉਹ ਕਿਸ ਤਰ੍ਹਾਂ ਧਿਆਨ ਧਰਦੇ ਹੋ ਤੁਸੀਂ? ਮਹਾਂਪੁਰਸ਼ ਕਹਿੰਦੇ ਨੇ ਕਿ ਮੈਂ ਵੇਖਦਾ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਅੱਜ ਪਟਨੇ ਵਿੱਚ ਪ੍ਰਕਾਸ਼ ਹੋਇਆ ਹੈ। ਕਿਸੇ ਸਾਧੂ ਫਕੀਰ ਨੇ ਪਟਨੇ ਵੱਲ ਧਿਆਨ ਕਰਕੇ ਅੱਜ ਸਿਜਦਾ ਉੱਧਰ ਨੂੰ ਕੀਤਾ ਹੈ। ਮੈਂ ਵੇਖਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਦੀ ਧਰਤੀ 'ਤੇ ਕਿਵੇਂ ਬਾਲ ਉਮਰ ਵਿੱਚ ਵੱਡੇ ਵੱਡੇ ਕੌਤਕ ਕਰਦੇ ਨੇ। ਉਹਨਾਂ ਨੂੰ ਅਨੰਦਪੁਰ ਸਾਹਿਬ ਆਇਆਂ ਨੂੰ ਵੇਖਦਾ, ਉੱਥੇ ਉਹਨਾਂ ਨੇ ਕਿੱਡੇ ਵੱਡੇ ਵੱਡੇ ਕਾਰਨਾਮੇ ਕੀਤੇ, ਖਾਲਸਾ ਜੀ ਦੀ ਸਿਰਜਣਾ ਕੀਤੀ। ਅਨੰਦਪੁਰ ਸਾਹਿਬ ਛੱਡਣਾ ਮੈਂ ਵੇਖਦਾ ਹਾਂ, ਚਮਕੌਰ ਵਿੱਚ ਉਹਨਾਂ ਦੇ ਦੀਦਾਰ ਕਰਦਾ ਹਾਂ। ਉਹ ਮਾਛੀਵਾੜੇ ਦੇ ਜੰਗਲਾਂ ਵਿੱਚ ਮੈਨੂੰ ਨੰਗੇ ਪੈਰੀਂ ਤੁਰੇ ਫਿਰਦੇ ਨਜ਼ਰ ਆਉਂਦੇ ਨੇ। ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਦੀਵਾਰਾਂ ਵਿੱਚ ਸ਼ਹੀਦ ਹੁੰਦੇ ਵੇਖਦਾ ਹਾਂ। ਪਰ ਮੈਂ ਇੱਕ ਅਜੀਬ ਕੌਤਕ ਵੇਖਦਾ, ਇੰਨਾ ਸਭ ਕੁਝ ਵਾਪਰ ਜਾਣ ਦੇ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਉਹਨਾਂ ਦੀ ਕਲਾ ਕਦੀ ਢਹਿੰਦੀ ਵੇਖੀ ਹੀ ਨਹੀਂ ਜਾ ਸਕਦੀ। ਸੋ ਮੈਂ ਇਹ ਉਹਨਾਂ ਦਾ ਧਿਆਨ ਧਰਦਾ। ਤੇ ਫਿਰ ਉਹਨਾਂ ਦਾ ਨਾਮ ਕਿਵੇਂ ਜਪਦੇ ਹੋ? ਜਦੋਂ ਮੈਂ ਉਹਨਾਂ ਦਾ ਧਿਆਨ ਧਰਦਾ ਇਸ ਢੰਗ ਨਾਲ, ਉਹਨਾਂ ਦੇ ਪਰਉਪਕਾਰ ਵੇਖਦਾ, ਤੇ ਆਪ ਮੁਹਾਰੇ ਮੇਰੇ ਮੂੰਹੋਂ ਵਾਹਿਗੁਰੂ ਗੋਬਿੰਦ ਸਿੰਘ ਨਿਕਲ ਜਾਂਦਾ ਹੈ।
ਇਹ ਮੈਂ ਉਹਨਾਂ ਦਾ ਨਾਮ ਜਪਦਾ, ਵਾਹਿਗੁਰੂ ਗੋਬਿੰਦ ਸਿੰਘ। ਸੋ ਇਸ ਢੰਗ ਨਾਲ ਮੈਂ ਨਾਮ ਜਪਦਾ। ਇਸ ਤਰ੍ਹਾਂ ਨਾਮ ਜਪਦਿਆਂ ਜਪਦਿਆਂ ਇਹ ਜਿਹੜੀ ਖੁਮਾਰੀ ਦੀ ਤੁਸੀਂ ਗੱਲ ਕਰਦੇ ਹੋ, ਇਹ 24 ਘੰਟੇ ਮੇਰੇ ਤੇ ਤਾਰੀ ਰਹਿੰਦੀ ਹੈ, ਕਦੇ ਉਤਰਦੀ ਨਹੀਂ। ਰਾਤ ਦਿਨ ਮੈਂ ਗੁਰੂ ਗੋਬਿੰਦ ਸਿੰਘ ਦੇ ਪਰਉਪਕਾਰਾਂ ਨੂੰ ਯਾਦ ਕਰਦਾ ਕਿ ਉਹਨਾਂ ਨੇ ਸਾਡੇ ਉੱਤੇ ਕੇਵਲ ਸਿੱਖ ਸਮਾਜ 'ਤੇ ਹੀ ਨਹੀਂ, ਮਾਨਵਤਾ 'ਤੇ, ਮਨੁੱਖਤਾ 'ਤੇ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸ਼ਹੀਦ ਹੋਣ ਲਈ ਤੋਰਿਆ, ਲੋਕ ਭਲਾਈ ਵਾਸਤੇ, ਧਰਮ ਦੀ ਰਾਖੀ ਵਾਸਤੇ। ਉਹਨਾਂ ਦੇ ਸਾਹਿਬਜ਼ਾਦੇ ਸ਼ਹੀਦ ਹੋਏ, ਆਪਣੇ ਹੱਥੀਂ ਤੋਰੇ, ਕਾਹਦੇ ਵਾਸਤੇ? ਇਹ ਸਭ ਕੁਝ ਵੇਖ ਕੇ ਮੇਰੇ ਮੂੰਹੋਂ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪਣੇ ਆਪ ਨਿਕਲਦਾ ਹੈ। ਇਹ ਗੱਲ ਫਿਰ ਮੈਨੂੰ ਕਦੇ ਭੁੱਲਦੀ ਨਹੀਂ। ਜੇ ਆਪਾਂ ਉਹਨਾਂ ਦੇ ਪਰਉਪਕਾਰ ਗਿਣਨੇ ਹੋਣ ਤੇ ਗਿਣੇ ਨਹੀਂ ਜਾ ਸਕਦੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਉਪਕਾਰ ਜਦੋਂ ਭਾਈ ਗੁਰਦਾਸ ਗਿਣਦੇ ਨੇ ਤੇ ਉਹ ਕਹਿੰਦੇ ਨੇ ਕਿ ਤਾਰੇ ਗਣੇ ਜਾਤ ਹੈ, ਨਾ ਤਾਰੇ ਗਣੇ ਜਾਤ। ਹੋ ਸਕਦਾ ਹੈ ਕਿ ਸਾਇੰਸਦਾਨ ਕਿਸੇ ਢੰਗ ਨਾਲ ਆਕਾਸ਼ ਦੇ ਤਾਰਿਆਂ ਦੀ ਗਿਣਤੀ ਕਰ ਲੈਣ, ਪਰ ਜਿੰਨੇ ਲੋਕ ਗੁਰੂ ਨਾਨਕ ਸਾਹਿਬ ਨੇ ਭਵ ਸਾਗਰ ਤੋਂ ਤਾਰ ਦਿੱਤੇ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਗੁਰੂ ਨਾਨਕ ਗੁਰੂ ਗੋਬਿੰਦ ਰੂਪ ਵਿੱਚ ਨੇ ਤੇ ਉਹਨਾਂ ਦੇ ਪਰਉਪਕਾਰ ਵੀ ਨਹੀਂ ਗਿਣੇ ਜਾ ਸਕਦੇ। ਇੱਕ ਦੋ ਬਚਨ ਤੁਹਾਡੇ ਨਾਲ ਹੋਰ ਕਰਨੇ ਨੇ, ਜਿੱਥੇ ਉਹਨਾਂ ਦੇ ਅਸੀਂ ਇਹ ਪਰਉਪਕਾਰ ਹਮੇਸ਼ਾ ਗਿਣਦੇ ਹਾਂ। ਉਹ ਸਰਬੰਸ ਦਾਨੀ ਨੇ, ਉਹਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਉਹਨਾਂ ਦੀ ਸੋਚ ਸੀ, ਜੋ ਉਹਨਾਂ ਨੇ ਮਜ਼ਲੂਮਾਂ, ਨਿਮਾਣਿਆਂ ਤੇ ਨਿਤਾਣਿਆਂ ਨੂੰ, ਮਾਨੋ ਉਹਨਾਂ ਨੇ ਬਾਜਾਂ ਕੋਲੋਂ ਚਿੜੀਆਂ ਨੂੰ ਛਡਾਇਆ ਹੀ ਨਹੀਂ, ਸਗੋਂ ਉਹਨਾਂ ਚਿੜੀਆਂ ਨੂੰ ਇੰਨੀ ਸਮਰੱਥਾ ਬਖਸ਼ੀ ਕਿ ਉਹ ਬਾਜਾਂ ਦੇ ਸਾਹਮਣੇ ਡਟ ਗਈਆਂ ਤੇ ਉਹਨਾਂ ਦਾ ਮੂੰਹ ਭਵਾ ਦਿੱਤਾ। ਜਿਨ ਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ, ਤਬ ਹੈ ਗੋਬਿੰਦ ਸਿੰਘ ਨਾਮ ਕਹਾ। ਉਹ ਲੋਕ ਜਿਨ੍ਹਾਂ ਦੇ ਪਰਛਾਵੇਂ ਤੋਂ ਅਖੌਤੀ ਕਹੀ ਜਾਂਦੀਆਂ ਉੱਚੀਆਂ ਜਾਤੀਆਂ ਵਾਲੇ ਡਰਦੇ ਸਨ, ਉਹਨਾਂ ਦਾ ਪਰਛਾਵਾਂ ਪੈ ਗਿਆ ਤੇ ਅਸੀਂ ਪਿੱਟੇ ਜਾਵਾਂਗੇ। ਜਿੱਧਰੋਂ ਸ਼ੂਦਰ ਆ ਰਿਹਾ ਹੈ, ਜੇ ਉਹਦੇ ਤੋਂ ਲੱਗਦੀ, ਉਹ ਤੋਂ ਚੱਲਦੀ ਹੋਈ ਹਵਾ ਵੀ ਸਾਨੂੰ ਲੱਗ ਗਈ ਤੇ ਸਾਨੂੰ ਫਿਰ ਗੰਗਾ ਜੀ ਵਿੱਚ ਜਾ ਕੇ ਇਸ਼ਨਾਨ ਕਰਨਾ ਪਏਗਾ। ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮਾਨੋ ਲੋਕ ਇਹਨਾਂ ਉੱਚ ਜਾਤੀਆਂ ਨੇ ਪੈਰਾਂ ਹੇਠ ਲਤਾੜਿਆ ਹੋਇਆ ਸੀ, ਉਹਨਾਂ ਨੂੰ ਉਹਨਾਂ ਦੇ ਸਾਹਮਣੇ ਖੜੇ ਕਰ ਦਿੱਤਾ। ਇਨ ਗਰੀਬ ਸਿੱਖਣ ਕੋ ਦਊ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਇਹ ਕੀ ਯਾਦ ਰੱਖਣਗੇ ਕਿ ਇਸ ਸੰਸਾਰ ਵਿੱਚ ਕੋਈ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਆਏ ਸਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਇੱਕ ਨਿਗਾਹ ਨਾਲ ਵੇਖਿਆ, ਉਹਨਾਂ ਨੂੰ ਬਰਾਬਰਤਾ ਦਾ ਰੁਤਬਾ ਬਖਸ਼ਿਆ। ਹਰ ਗੱਲ ਉਹਨਾਂ ਨੂੰ, ਚਾਹੇ ਉਹ ਧਰਮ ਦੇ ਪੱਖ ਵਿੱਚ ਹੋਵੇ, ਉਹ ਰਾਜਨੀਤਿਕ ਪਹਿਲੂ ਤੋਂ ਹੋਵੇ, ਸਮਾਜਿਕ ਪਹਿਲੂ ਤੋਂ ਹੋਵੇ, ਪਰਿਵਾਰਕ ਪਹਿਲੂ ਤੋਂ ਹੋਵੇ, ਬਰਾਬਰਤਾ ਬਖਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ।
ਇਹ ਸਾਰੇ ਉਹਨਾਂ ਦੇ ਪਰਉਪਕਾਰ ਨੇ। ਫਿਰ ਉਹਨਾਂ ਦਾ ਇੱਕ ਜਿਹੜਾ ਸਭ ਤੋਂ ਵੱਡਾ ਉਪਕਾਰ ਜੋ ਮੇਰੀ ਨਿਗਾਹ ਵਿੱਚ ਮੈਨੂੰ ਸਮਝ ਪਿਆ, ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕਰਨਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਥਾਪਿਤ ਕਰਨਾ। ਇਹ ਉਹਨਾਂ ਦਾ ਸਭ ਤੋਂ ਵੱਡਾ ਮਹਾਨ ਕਾਰਜ ਹੈ। ਇਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੇ ਗੁਰਿਆਈ ਦੀ ਜ਼ਿੰਮੇਵਾਰੀ ਕਿਉਂ ਬਖਸ਼ੀ। ਇਹਦੇ ਕਈ ਸਾਰੇ ਕਾਰਨ ਨੇ, ਉਹਨਾਂ ਵਿੱਚੋਂ 2-3 ਕਾਰਨ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ। ਪਹਿਲੀ ਗੱਲ ਇਹ ਵੀ ਸਮਝਣ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਕਤ ਜਦੋਂ ਉਹਨਾਂ ਨੇ ਜੋਤੀ ਜੋਤ ਸਮਾਉਣਾ ਹੈ, ਇੱਕ ਦਿਨ ਪਹਿਲਾਂ ਬਖਸ਼ਿਸ਼ ਕੀਤੀ ਗਈ ਹੈ, ਲੇਕਿਨ ਇਹ ਸਿਲਸਿਲਾ ਗੁਰੂ ਨਾਨਕ ਸਾਹਿਬ ਤੋਂ ਆਰੰਭਿਆ ਗਿਆ ਸੀ। ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਬਚਨ ਲਿਖਦੇ ਨੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰਗ। ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਉਹ ਸੱਤਾ ਹੈ ਜਿਹੜੀ ਇੰਨੀ ਗਹਿਰ ਗੰਭੀਰ ਹੈ, ਜਿਹਦੇ ਤੱਕ ਸਾਡੇ ਇਹਨਾਂ 5 ਕਰਮ ਤੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਉਸ ਸ਼ਬਦ ਨਾਲ ਜੁੜਨ ਤੋਂ ਬਿਨਾਂ ਇਹ ਸਮੁੱਚੇ ਸੰਸਾਰ ਦੇ ਲੋਕ ਮਾਨੋ ਕਮਲਿਆਂ ਵਾਂਗੂ ਇੱਧਰ ਉੱਧਰ ਹੱਥ ਪੱਲਾ ਮਾਰਦੇ ਫਿਰਦੇ ਨੇ। ਜੇ ਅੱਜ ਆਪਾਂ ਵੇਖੀਏ ਪੂਰੀ ਧਰਤੀ ਦੇ ਉੱਤੇ, ਪੂਰੇ ਸੰਸਾਰ ਦੇ ਅੰਦਰ ਜੋ ਕੁਝ ਮਾਨਵ ਜਾਤੀ ਜਾਂ ਇਸ ਤਰ੍ਹਾਂ ਆਖੀਏ ਮਾਨਵ ਜਾਤੀ ਦੇ ਆਗੂ ਜੋ ਕੁਛ ਅੱਜ ਸੰਸਾਰ ਵਿੱਚ ਕਰਦੇ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਸਭ ਲੋਕ ਨਾਮ ਨਾਲੋਂ ਸ਼ਬਦ ਨਾਲੋਂ ਟੁੱਟੇ ਹੋਏ ਹਨ। ਜਿਹੜੇ ਲੋਕ ਸ਼ਬਦ ਨਾਲ ਜੁੜ ਜਾਂਦੇ ਨੇ ਜਾਂ ਸ਼ਬਦ ਨੂੰ ਸਮਝ ਲੈਂਦੇ ਨੇ, ਉਹ ਕਦੇ ਕਿਸੇ ਉੱਤੇ ਜ਼ੁਲਮ ਨਹੀਂ ਕਰਦੇ, ਉਹ ਕਿਸੇ ਨਾਲ ਵਾਧਾ ਵੱਟਾ ਨਹੀਂ ਕਰਦੇ, ਉਹ ਕਿਸੇ ਦਾ ਹੱਕ ਨਹੀਂ ਮਾਰਦੇ। ਅੱਜ ਅਸੀਂ ਮੁਲਕਾਂ ਦੇ ਮੁਲਕ ਹੜਪਣ ਦੀ ਆਹਰ ਵਿੱਚ ਲੱਗੇ ਹੋਏ ਹਾਂ। ਇਹਦਾ ਮਤਲਬ ਬੜਾ ਸਪਸ਼ਟ ਹੈ ਕਿ ਬਿਨ ਸ਼ਬਦੈ ਜਗ ਬਉਰਾਨੰਗ। ਇਹ ਪਾਗਲ ਹੋ ਗਈ ਹੈ ਦੁਨੀਆ ਸ਼ਬਦ ਤੋਂ ਬਿਨਾਂ, ਸ਼ਬਦ ਵਿਚਾਰ ਤੋਂ ਬਿਨਾਂ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਬਚਨ ਕਰਦਿਆਂ ਇਹੋ ਹੀ ਗੱਲ ਆਖੀ ਸੀ, ਮੇਰਾ ਸ਼ਬਦ ਗੁਰੂ ਏ, ਮੇਰੀ ਸੁਰਤ ਉਸ ਦਾ ਚੇਲਾ ਏ। ਜਿਸ ਕਿਸੇ ਵਿਅਕਤੀ ਦੀ ਸੁਰਤ ਸ਼ਬਦ ਨਾਲ ਜੁੜੇਗੀ, ਉਹ ਸੱਚਮੁੱਚ ਮਹਾਨ ਹੋ ਜਾਏਗਾ। ਉਸ ਨੂੰ ਇਹ ਧਰਤੀ ਦਾ ਰਾਜ ਬਹੁਤ ਛੋਟਾ ਮਹਿਸੂਸ ਹੋਏਗਾ। ਉਸ ਨੂੰ ਇਹਨਾਂ ਲੋਕਾਂ ਦੁਆਰਾ ਦਿੱਤੀ ਹੋਈ ਵਡਿਆਈ ਬਹੁਤ ਤੁੱਛ ਜਿਹੀ ਨਜ਼ਰ ਆਏਗੀ। ਉਹਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਸ਼ਬਦ ਗੁਰੂ ਸੁਰਤ ਤੋਂ ਨਚੇਲਾ ਗੁਰੂ ਨਾਨਕ ਸਾਹਿਬ ਦੇ ਹੀ ਬਚਨ ਹਨ। 5ਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੋਥੀ ਪਰਮੇਸ਼ਰ ਕਾ ਥਾਨ ਹੋਣ ਦਾ ਮਾਣ ਬਖਸ਼ਿਸ਼ ਕੀਤਾ ਸੀ। ਅੱਜ ਜੇ ਪ੍ਰਮਾਤਮਾ ਦਾ ਦਰਸ਼ਨ ਕਰਨਾ ਹੋਵੇ ਤੇ ਸਾਨੂੰ ਸ਼ਬਦ ਦਾ ਦਰਸ਼ਨ ਕਰਨਾ ਚਾਹੀਦਾ ਹੈ। ਆਪਾਂ ਕਈ ਵਾਰੀ ਗੱਲ ਕੀਤੀ ਹੈ, ਸ਼ਬਦ ਦੇ 2 ਰੂਪ ਨੇ, ਇਹੋ ਹੀ 2 ਰੂਪ ਪਰਮਾਤਮਾ ਦੇ ਨੇ। ਇੱਕ ਉਹਦਾ ਸਰਗੁਣ ਰੂਪ ਹੈ, ਇੱਕ ਉਹਦਾ ਨਿਰਗੁਣ ਰੂਪ ਹੈ। ਸ਼ਬਦ ਇੱਕ ਜਿਹੜਾ ਸਾਡੀਆਂ ਅੱਖਾਂ ਜਿਹਨੂੰ ਵੇਖ ਸਕਦੀਆਂ ਨੇ, ਜਿਸ ਸ਼ਬਦ ਨੂੰ ਅਸੀਂ ਹੱਥਾਂ ਨਾਲ ਕਲਮ ਫੜ ਕੇ ਲਿਖ ਸਕਦੇ ਹਾਂ, ਉਹ ਸਰਗੁਣ ਰੂਪ ਹੈ ਵਾਹਿਗੁਰੂ ਜੀ ਦਾ। ਉਹ ਸ਼ਬਦ ਜਿਹੜਾ ਲਿਖਿਆ ਨਹੀਂ ਜਾ ਸਕਦਾ, ਜਿਹੜਾ ਆਦਿ ਕਾਲ ਤੋਂ ਹੈ, ਜਿਸ ਨੂੰ ਵੇਖਿਆ ਨਹੀਂ ਜਾ ਸਕਦਾ ਇਹਨਾਂ ਅੱਖਾਂ ਨਾਲ, ਪਰ ਉਸ ਨੂੰ ਅੰਤਰਾਤਮੇ ਮਹਿਸੂਸ ਕੀਤਾ ਜਾ ਸਕਦਾ ਹੈ। ਉਹ ਵਾਹਿਗੁਰੂ ਜੀ ਦਾ ਨਿਰਗੁਣ ਸਵਰੂਪ ਹੈ। ਸੋ ਸਾਨੂੰ ਸ਼ਬਦ ਸਮਝਣਾ ਹੈ। ਉਸ ਸ਼ਬਦ ਨੂੰ ਗੁਰੂ ਸਾਹਿਬ ਨੇ ਆਦਿ ਬੀੜ ਵਿੱਚ ਆਖੀਏ, ਪੋਥੀ ਸਾਹਿਬ ਵਿੱਚ ਆਖੀਏ,
ਪੂਰੀ ਬਾਣੀ ਜਿੰਨੀ ਗੁਰੂ ਨਾਨਕ ਸਾਹਿਬ ਜੀ ਨੇ ਇਕੱਤਰਿਤ ਕੀਤੀ, ਭਗਤਾਂ ਦੀ, ਸੰਤਾਂ ਦੀ, ਸੂਫੀ ਫਕੀਰਾਂ ਦੀ, ਉਹ ਸਾਰੀ ਬਾਣੀ ਨੂੰ ਇੱਕ ਜਗ੍ਹਾ 'ਤੇ ਇਕੱਠਿਆਂ ਕੀਤਾ। ਉਸੇ ਹੀ ਪੋਥੀ ਸਾਹਿਬ ਦੇ ਅੰਦਰ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ 9ਵੇਂ ਗੁਰਦੇਵ ਦੀ ਬਾਣੀ ਦਰਜ ਕਰਵਾ ਕੇ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ 1708 ਈਸਵੀ ਵਿੱਚ ਨਾਂਦੇੜ ਵਿਖੇ ਗੁਰਿਆਈ ਬਖਸ਼ਿਸ਼ ਕੀਤੀ ਸੀ। ਕਿਉਂ ਬਖਸ਼ਿਸ਼ ਕੀਤੀ, ਆਓ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ 2-3 ਪੁਆਇੰਟ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਨੇ। ਪਹਿਲੇ ਨੰਬਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕਰਨ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਵਿਸ਼ਵ ਤੱਕ ਪਹੁੰਚਾਉਣ ਅਤੇ ਅਧਿਆਤਮਿਕਤਾ ਦੀ ਸੂਝ-ਬੂਝ ਬਖਸ਼ਣ ਵਾਸਤੇ। ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਵਿਸ਼ਵ ਤੱਕ ਪਹੁੰਚਾਉਣਾ ਹੈ, ਇਹਦਾ ਮਤਲਬ ਇਹ ਨਹੀਂ ਕਿ ਕੇਵਲ ਸਿੱਖਾਂ ਤੱਕ ਪਹੁੰਚਾਉਣਾ ਸੀ। ਔਰ ਸ਼ਬਦ ਦਾ ਇੱਕ ਮਤਲਬ ਇਹ ਵੀ ਹੈ ਕਿ ਸ਼ਬਦ ਕਿਸੇ ਵੀ ਭਾਸ਼ਾ ਵਿੱਚ, ਕਿਸੇ ਵੀ ਬੋਲੀ ਵਿੱਚ ਤੇ ਕਿਸੇ ਵੀ ਲਿਪੀ ਦੁਆਰਾ ਲਿਖਿਆ ਜਾ ਸਕਦਾ ਹੈ। ਜੇ ਕੋਈ ਮਨੁੱਖ ਸਰੀਰ ਵਿੱਚ ਹੋਵੇ ਤੇ ਉਹ ਸਰੀਰ ਇੱਕ ਵਕਤ ਇੱਕੋ ਜਗ੍ਹਾ 'ਤੇ ਹੋ ਸਕਦਾ ਹੈ, ਪਰ ਸ਼ਬਦ ਇੱਕੋ ਵਕਤ ਪੂਰੀ ਧਰਤੀ ਉੱਤੇ ਹੋ ਸਕਦਾ ਹੈ। ਅੱਜ ਸਾਇੰਸ ਨੇ ਜਿਹੜੀਆਂ ਮੱਲਾਂ ਮਾਰੀਆਂ ਨੇ, ਉਹਨੇ ਤੇ ਕਮਾਲ ਹੀ ਕਰ ਦਿੱਤੀ ਹੈ। ਇੱਕ ਵਕਤ ਸੀ ਜਦੋਂ ਸਿੱਖ ਲੋਕ ਪੋਥੀਆਂ ਲਿਖਦੇ, ਸ਼ਬਦ ਹੱਥਾਂ ਨਾਲ ਲਿਖ ਕੇ ਇੱਕ ਦੂਜੇ ਤੱਕ ਪਹੁੰਚਾਇਆ ਕਰਦੇ ਸਨ। ਪਰ ਅੱਜ ਸਾਡੇ ਕੋਲ ਕਿੰਨੇ ਸਾਰੇ ਐਪ ਨੇ, ਇੰਟਰਨੈਟ 'ਤੇ ਸੁਵਿਧਾ ਉਪਲਬਧ ਹੈ। ਅਸੀਂ ਇੱਕ ਕਲਿੱਕ ਨਾਲ ਕੋਈ ਵੀ ਸ਼ਬਦ ਕੱਢ ਕੇ ਪੜ੍ਹ ਸਕਦੇ, ਕਿਸੇ ਵੀ ਸ਼ਬਦ ਦੇ ਅਰਥ ਲੱਭ ਸਕਦੇ। ਉਸ ਸ਼ਬਦ ਉੱਤੇ ਵੱਖ-ਵੱਖ ਮਹਾਂਪੁਰਸ਼ਾਂ ਦੀ ਕੀ ਵਿਚਾਰਧਾਰਾ ਹੈ, ਉਸ ਨੂੰ ਪੜ੍ਹ ਸਕਦੇ ਹਾਂ। ਇਸ ਲਈ ਸ਼ਬਦ ਨੂੰ ਗੁਰੂ ਦਾ ਰੁਤਬਾ ਦਿੱਤਾ ਗਿਆ। ਸ਼ਾਇਦ ਗੁਰੂਆਂ ਨੂੰ, ਕਿਉਂਕਿ ਉਹ ਤੇ ਅੰਤਰਯਾਮੀ ਨੇ, ਉਹਨਾਂ ਨੂੰ ਆਉਣ ਵਾਲੇ ਭਵਿੱਖ ਬਾਰੇ ਪਤਾ ਹੀ ਸੀ, ਇਸ ਲਈ ਉਹਨਾਂ ਨੇ ਸ਼ਬਦ ਨੂੰ ਸਾਡੇ ਸਾਹਮਣੇ ਲਿਆਂਦਾ, ਮਾਨਵਤਾ ਦੇ ਸਾਹਮਣੇ ਲਿਆਂਦਾ ਕਿ ਇਹ ਸ਼ਬਦ ਪੂਰੀ ਦੁਨੀਆ ਵਿੱਚ ਇੱਕੋ ਵਕਤ ਸਾਰੀਆਂ ਥਾਵਾਂ 'ਤੇ ਹੋ ਸਕਦਾ ਹੈ। ਇਹ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਇਸ ਢੰਗ ਨਾਲ ਅੱਜ ਬਹੁਤ ਬੋਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਂ ਬਾਣੀ ਦਾ ਉਲੱਥਾ ਹੋ ਚੁੱਕਾ ਹੈ। ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਸਮਾਜਾਂ ਦੇ ਲੋਕ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਔਰ ਜਿਹੋ ਜਿਹੀ ਅਧਿਆਤਮਿਕਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮਿਲਦੀ ਹੈ, ਕਿਸੇ ਹੋਰ ਧਰਮ ਗ੍ਰੰਥ ਵਿੱਚੋਂ ਮੈਂ ਇਹ ਨਹੀਂ ਕਹਿੰਦਾ ਕਿ ਮਿਲਦੀ ਨਹੀਂ, ਪਰ ਇਸ ਢੰਗ ਨਾਲ ਨਹੀਂ ਮਿਲਦੀ, ਇੰਨੇ ਸਾਦਿਆਂ ਲਫ਼ਜ਼ਾਂ ਵਿੱਚ। ਔਰ ਉਹ ਅਧਿਆਤਮਿਕਤਾ ਜਿਸ ਨੂੰ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਸ ਰਸਤੇ 'ਤੇ ਤੁਰ ਸਕੀਦਾ ਹੈ, ਉਹ ਅਧਿਆਤਮਿਕਤਾ ਗੁਰੂ ਗ੍ਰੰਥ ਸਾਹਿਬ ਸਾਨੂੰ ਦਰਸਾਉਂਦੇ ਨੇ। ਉਹ ਵੀ ਅਧਿਆਤਮਿਕਤਾ ਹੈ ਜਿਸ ਨੂੰ ਅਸੀਂ ਕਸ਼ਟ ਯੋਗ ਆਖਦੇ ਹਾਂ, ਜਿਹਦੇ ਵਿੱਚ 84 ਆਸਨ ਹੁੰਦੇ ਨੇ। ਬਜ਼ੁਰਗ ਅਵਸਥਾ ਵਿੱਚ ਉਹ ਆਸਨ ਨਹੀਂ ਲਗਾਏ ਜਾ ਸਕਦੇ, ਤੇ ਜਿਹੜਾ ਮਨੁੱਖ ਆਸਨ ਨਾ ਲਗਾ ਸਕੇ ਉਹ ਅਧਿਆਤਮਿਕਤਾ ਤੋਂ ਫਿਰ ਵਾਂਝਾ ਰਹਿ ਜਾਏਗਾ। ਬਹੁਤ ਸਾਰੇ ਲੋਕ ਨੇ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਕਈ ਲੋਕ ਨੇ ਜਮਾਂਦਰੂ, ਉਹਨਾਂ ਕੋਲ ਅੱਖਾਂ ਨਹੀਂ ਹੁੰਦੀਆਂ, ਪਰ ਗੁਰੂ ਨਾਨਕ ਸਾਹਿਬ ਦੀ ਅਧਿਆਤਮਿਕਤਾ ਉਹਨਾਂ ਲਈ ਵੀ ਕਾਰਗਰ ਸਿੱਧ ਹੋ ਸਕਦੀ ਹੈ। ਜ਼ਰੂਰੀ ਨਹੀਂ ਕਿ ਸ਼ਬਦ ਨੂੰ ਵੇਖਣਾ ਹੈ ਤੇ ਪੜ੍ਹਨਾ ਹੈ ਤੇ ਸੁਣਨਾ ਹੈ। ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ ਕਿ ਉਹੋ ਹੀ ਸ਼ਬਦ ਅਨਹਦ ਰੂਪ ਵਿੱਚ ਹਰ ਮਨੁੱਖ ਦੇ ਅੰਦਰ ਹੋ ਰਿਹਾ ਹੈ। ਤੁਸੀਂ ਉਹਦੇ ਨਾਲ ਹੀ ਜੁੜ ਕੇ ਰੱਬ ਤੱਕ ਪਹੁੰਚ ਸਕਦੇ ਹੋ। ਅਧਿਆਤਮਿਕਤਾ ਦੀ ਸੂਝ-ਬੂਝ ਦੇਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਂ 10 ਗੁਰੂ ਸਾਹਿਬਾਨ ਨੇ ਜੋ ਪਲੈਨਿੰਗ ਕੀਤੀ ਸੀ, ਜੋ ਯੋਜਨਾ ਬਣਾਈ ਸੀ ਸ਼ਬਦ ਨੂੰ ਗੁਰੂ ਤੱਕ ਪਹੁੰਚਾਉਣ ਦੀ, ਉਹ 10ਵੇਂ ਪਾਤਸ਼ਾਹ ਨੇ ਇਸ ਕਰਕੇ ਉਸ ਨੂੰ ਸਮਾਜ ਤੱਕ ਜਾਂ ਮਾਨਵ ਤੱਕ ਪਹੁੰਚਾਇਆ। ਦੂਸਰਾ ਕਾਰਨ,
ਸ਼ਖਸੀ ਗੁਰੂ ਪਦਵੀ ਲਈ ਜਿਹੜਾ ਕਲਾ ਕਲੇਸ਼ ਸੀ ਉਸ ਨੂੰ ਵੀ ਖਤਮ ਕਰਨਾ ਗੁਰੂ ਸਾਹਿਬ ਲੋਚਦੇ ਸਨ। ਆਪਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਕਿਤੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਨੂੰ ਦਿੱਤੀ, ਇਤਿਹਾਸ ਕਹਿੰਦਾ ਹੈ ਕਿ ਉਹਨਾਂ ਦੇ ਘਰ ਵਿੱਚੋਂ ਹੀ ਕਲੇਸ਼ ਖੜਾ ਹੋ ਗਿਆ ਸੀ। ਸ਼ਾਇਦ ਇਸੇ ਲਈ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਆਖਿਆ ਕਿ ਤੁਸੀਂ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਚਲੇ ਜਾਓ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੌਂਪੀ ਤੇ ਗੁਰੂ ਅੰਗਦ ਦੇਵ ਜੀ ਦੇ ਵੱਡੇ ਪੁੱਤਰ ਦਾਤੂ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹਨਾਂ ਦੇ ਗੁਰਿਆਈ ਤਖਤ ਉੱਤੇ ਬੈਠਿਆਂ ਲੱਤਾਂ ਮਾਰੀਆਂ ਸਨ। ਇਹ ਸੀ ਕਲਾ ਕਲੇਸ਼। ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਜਾਂ ਪ੍ਰਿਥੀ ਚੰਦ ਨੇ ਜੋ ਕਲੇਸ਼ ਖੜਾ ਕੀਤਾ ਸੀ ਉਹ ਵੀ ਸਾਰਾ ਸਿੱਖ ਸਮਾਜ, ਜਿਹੜੇ ਲੋਕ ਇਤਿਹਾਸ ਪੜ੍ਹਦੇ ਨੇ, ਉਹ ਜ਼ਰੂਰ ਜਾਣੂ ਹੋਣਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਕਤ 22 ਨਕਲੀ ਗੁਰੂ ਬਣ ਕੇ ਬੈਠੇ ਸਨ। ਇਹ ਜਿਹੜਾ ਕਲਾ ਕਲੇਸ਼ ਸੀ, ਗੁਰੂ ਪਦਵੀ ਜਿਹੜੀ ਸ਼ਖਸੀ ਗੁਰੂ ਪਦਵੀ ਸੀ, ਉਸ ਕਲੇਸ਼ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਲਈ ਖਤਮ ਕਰਨਾ ਚਾਹੁੰਦੇ ਸਨ। ਉਹਨਾਂ ਨੇ ਕੀਤਾ, ਪਰ ਸਿੱਖ ਸਮਾਜ 'ਚੋਂ ਹੋਇਆ ਨਹੀਂ। ਅੱਜ ਵੀ ਇੱਕ ਸਿੱਖ ਸਮਾਜ ਦਾ ਹੀ ਉਹ ਲੋਕ ਹਿੱਸਾ ਨੇ ਜਿਨ੍ਹਾਂ ਦਾ ਪਤਾ ਨਹੀਂ 14ਵਾਂ ਕਿ 15ਵਾਂ ਦੇਹਧਾਰੀ ਗੁਰੂ ਮੌਜੂਦ ਹੈ। ਸ਼ਬਦ ਤਾਂ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਦੇ ਨੇ, ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਲਈ ਰਾਜੀ ਨਹੀਂ ਹਨ। ਉਹਨਾਂ ਦਾ ਇਹ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਗੁਰੂ ਗ੍ਰੰਥ ਸਾਹਿਬ ਜਾਂ ਸ਼ਬਦ ਨੂੰ ਗੁਰਿਆਈ ਦੇ ਕੇ ਹੀ ਨਹੀਂ ਗਏ, ਉਹਨਾਂ ਨੇ ਸਾਡੇ 11ਵੇਂ ਗੁਰੂ ਭਾਈ ਬਾਲਕ ਸਿੰਘ ਨੂੰ ਗੁਰਿਆਈ ਦਿੱਤੀ ਸੀ। ਉਹਨਾਂ ਦੀ ਇਸ ਤਰ੍ਹਾਂ ਅਜੇ ਵੀ ਲੜੀ ਚੱਲਦੀ ਆ ਰਹੀ ਹੈ। ਲੇਕਿਨ ਉਹਨਾਂ ਦੇ ਉਸ ਸਮਾਜ ਦੇ ਅੰਦਰ, ਉਹਨਾਂ ਦੇ ਉਸ ਜਥੇਬੰਦੀ ਦੇ ਅੰਦਰ ਇਸ ਗੁਰੂ ਪਦਵੀ ਨੂੰ ਲੈ ਕੇ ਕਈ ਵਾਰੀ ਝਗੜੇ ਹੋ ਚੁੱਕੇ ਨੇ। ਇਹਨਾਂ ਝਗੜਿਆਂ ਤੋਂ ਹੀ ਤਾਂ ਗੁਰੂ ਸਾਹਿਬ ਨੇ ਸਾਡੀ ਜਾਨ ਛਡਾਉਣੀ ਚਾਹੀ ਸੀ, ਪਰ ਅਸੀਂ ਛੱਡੀ ਨਹੀਂ। ਤੀਸਰਾ ਇੱਕ ਉਹਨਾਂ ਦਾ ਵਿਚਾਰ ਸੀ ਨਕਲੀ ਗੁਰੂਆਂ ਤੋਂ ਸਿੱਖ ਸਮਾਜ ਨੂੰ ਬਚਾਉਣਾ। ਅੱਜ ਇਸ ਧਰਤੀ ਦੇ ਉੱਤੇ ਮੈਂ ਇਹ ਨਹੀਂ ਕਹਿੰਦਾ ਕਿ ਸੱਚੇ ਗੁਰੂ ਨਹੀਂ ਹਨ, ਉਹ ਵੀ ਜ਼ਰੂਰ ਹੋਣਗੇ, ਪਰ ਨਕਲੀਆਂ ਦੀ ਭਰਮਾਰ ਹੈ, ਜਿਹੜੇ ਚੰਦ ਟਕਿਆਂ ਵਾਸਤੇ, ਥੋੜ੍ਹੀ ਮਾਇਆ ਵਾਸਤੇ ਲੋਕਾਂ ਨੂੰ ਭਰਮਾਉਂਦੇ ਨੇ, ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦੇ ਨੇ, ਲੋਕਾਂ ਨੂੰ ਨਾ ਜਾਣੇ ਕਿਹੋ ਜਿਹੇ ਕਰਮ ਕਾਂਡ ਕਰਨੇ ਸਿਖਾਉਂਦੇ ਨੇ। ਉਹਨਾਂ ਗੁਰੂਆਂ ਤੋਂ ਵੀ ਸਾਨੂੰ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ। ਸੋ ਇਹ 3 ਕਾਰਨ ਨੇ। ਮੈਂ ਇਹਨਾਂ 3 ਕਾਰਨਾਂ 'ਤੇ ਸੰਖੇਪ ਜੀ ਝਾਤ ਆਪ ਜੀ ਦੀ ਮਰਵਾਉਣਾ ਚਾਹੁੰਦਾ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਸੰਦੇਸ਼ ਜੋ ਮਾਨਵਤਾ ਲਈ ਹੈ, ਨਾ ਕਿ ਕਿਸੇ ਇੱਕ ਸਿੱਖ ਸਮਾਜ ਲਈ ਹੈ, ਉਸ ਨੂੰ ਵਿਸ਼ਵ ਤੱਕ ਪਹੁੰਚਾਉਣ ਲਈ ਗੁਰੂ ਮਹਾਰਾਜ ਨੇ ਜਿਹੜਾ ਉਪਰਾਲਾ ਕੀਤਾ ਉਹ ਅੱਜ ਸਾਡੇ ਸਾਹਮਣੇ ਹੈ। ਉਹਨਾਂ ਦਾ ਜਿਹੜਾ ਉਪਦੇਸ਼, ਜਿਹੜਾ ਸਰਵ ਵਿਆਪਕ ਹੈ, ਉਹ ਹੈ ਕੀ ਹੈ? ਭਾਵੇਂ ਸਾਰੀ ਬਾਣੀ ਵਿੱਚ ਹਰ ਸ਼ਬਦ ਵਿੱਚ ਉਹਨਾਂ ਦਾ ਉਪਦੇਸ਼ ਹੀ ਨਜ਼ਰ ਆਉਂਦਾ ਹੈ, ਪਰ ਮੁੱਢਲਾ ਉਪਦੇਸ਼ ਹੈ ਕਿ ਇਹ ਬੰਦਾ ਸਚਿਆਰ ਕਿਵੇਂ ਬਣ ਜਾਏ। ਇਹਨੂੰ ਅਸੀਂ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਬੰਦਾ ਕਿਵੇਂ ਬਣੇ। ਇਹਦਾ ਮਤਲਬ ਹੈ ਕਿ ਬੰਦਾ ਨਹੀਂ ਰਿਹਾ। ਅੱਜ ਆਪਾਂ ਵੇਖ ਹੀ ਰਹੇ ਹਾਂ ਕਿਵੇਂ ਛੋਟੀ ਗੱਲ ਪਿੱਛੇ ਲੋਕ ਇੱਕ ਦੂਜੇ ਨੂੰ ਕਤਲ ਕਰ ਰਹੇ ਨੇ। ਕੀ ਕੁਛ ਹੋ ਰਿਹਾ ਤੁਹਾਡੇ ਸਾਰਿਆਂ ਦੇ ਸਾਹਮਣੇ ਆਖਣ ਦੀ ਜ਼ਰੂਰਤ ਨਹੀਂ। ਇਹਦਾ ਮਤਲਬ ਹੈ ਬੰਦਾ ਨਾ ਰਹਿ ਕੇ ਪਸ਼ੂ ਬਿਰਤੀ ਦਾ ਧਾਰਨੀ ਹੋ ਚੁੱਕਾ ਹੈ। ਇੰਨਾ ਇਹਦਾ ਪੱਧਰ ਨੀਵਾਂ ਡਿੱਗ ਚੁੱਕਾ ਹੈ ਕਿ ਜ਼ੁਲਮ ਕਰਨ ਤੋਂ ਇਹ ਬੰਦਾ ਗੁਰੇਜ਼ ਨਹੀਂ ਕਰਦਾ। ਤੇ ਗੁਰੂ ਸਾਹਿਬ ਦਾ ਸੰਦੇਸ਼ ਹੈ
कि बंदिया तू सचियार बन, तू इंसान बन। तो सचियार होना किवें आ, किवें इहदे अंदरों आ जिहड़ी कूड़ दी दीवार है किवें टुटे। हुक्म रजाई चलना नानक लिखिया नाल, उस मालक दे हुक्म विच आउणा। तो एक गल होर समझण वाली है जी, मालक दा हुक्म की है। असीं कई वारी सोचते रहने कि जो साडे नाल इस धरती उत्ते विचरदियां वापरदा है वो मालक दा हुक्म है। कई वारी साडे नाल माड़ियां घटनावां वापरदियां ने ते असीं वो भी कहने भी मालक दा हुक्म है। ਇਹਦਾ मतलब है जो कुछ माड़ा हो रहा वो भी मालक ही कर रहा है। मालक कभी किसी नाल माड़ा नहीं करता। ये ਉਹਦਾ हुक्म नहीं कि किसी दा कतल हो जाए, किसी दी इज्जत लुटी जाए, किसी दा धन पदार्थ हड़पिया जाए। ये मालक दा हुक्म नहीं। मालक दा हुक्म की है, एको नाम हुक्म है, नानक सतगुर दिया बुझाए जीव। मालक दा जिहड़ा हुक्म है वो केवल ते केवल शब्द नूं समझना, शब्द नूं विचारना ते अपनी इस टुटी हुई लिव नूं उस शब्द नाल जोड़ना। ये है मालक दा समुची मानवता लई हुक्म। इनू असी समझण तो असमर्थ रहे। असी वो जो कुछ साडे नाल हो रहा है, किते तुरिया जांदे एक्सीडेंट हो गया तो जी मालक ने कर दिता है। मालक कोई नहीं किसी ते एक्सीडेंट करदा फिरदा, वो साडियां गलतियां कारण हुंदे ने या किसी अनगहली कारण हुंदियां ने इहो जिहियां चीज़ां। मालक नहीं ये सब कुछ करदा। मालक दा जिहड़ा हुक्म है वो है केवल ते केवल नाम। ते नाम कोई अखरां च लिखिया जाण वाला नाम नहीं। नाम वो जिस दे नाम के धारे खंड ब्रह्मंड, जिस नाम ने ये समुचे खंडां ब्रह्मंडां नूं जिहदे विच आपां सारे जीव जंतु भी आउंदे आ, जिस नाम ने सबनां नूं धारण कीता होया है। जां सौखियां शब्दां च आख लईए, जिस नाम दी सत्ता नाल असीं जीवन जी रहे हां, वो नाम है उस मालक दा हुक्म। ਉਹਦੇ नाल आपां जुड़ना है। सो फिर असीं ਉਹਦੀ रज़ा विच आ जावांगे। गुरु अर्जन देव महाराज जी ने गुरु नानक साहब दे संदेश की जदों गल कीती कि जिहड़ा उन्हां दा संदेश विश्व व्यापी है वो किहो जिहा। आखदे ने वेद कतेब सिमरत सब शास्त्र, इन पढ़िया मुकत ना होई। वो तरीका अज असीं भी अपना लिया। वेखो वेखी असीं भी गुरु ग्रंथ साहब जी नूं पढ़ी जा रहे हैं, जदों कि गुरु साहब साफ साफ कह रहे ने पढ़िया मुकत ना होई। मुकत किवें होनी है? एक अखर जो गुरमुख जापै, एक शब्द लवो, जपन तो भावे उस शब्द नूं विचारो। सब सै उपर गुर शब्द विचार, उस शब्द नूं विचारो। फिर जो शब्द विच करन लई आख्या गया वो कर्म करो। तो कर्म कोई बहुते औखे गुरु नानक साहब ने आपां नूं नहीं आखे कि तुसीं इस तरह आसन लाउणे ने, इन्ने बजे उठना, इन्ने बजे सौना। ये सब कुछ साडियां बनाईयां होईयां चीज़ां ने। गुरु नानक साहब का मतलब है कि तुसीं एक तो अपनी किरत विरत चज दी करो, किसी का हक ना मारो, किसी नाल धोखा ना करो, ठगी ना करो, माड़े बचन ना किसी नूं बोलो, किसी का दिल ना दुखाओ, निंदिया ना करो, चुगलियां ना दूजियां दियां करो। पहली गल तो यह हुई है ना। जे तुसीं ये गल पूरी कर लवो जिस दिन, फिर नाम जपना शुरू करेगा जी। जिमें जिमें नाम जपोगे बुद्धि साड़ी इन्नी उज्जवल हो जाएगी कि साडे कोल कोई भी व्यक्ति आएगा तो आखेगा मैनूं आ जरूरत है, असीं अपनी जिंद भी उहदे अगे धरन नूं राजी हो जावांगे कि लै जे तेरा सरदा है तो मेरी जिंद भी हाज़र है। इस नूं कहिंदे ने वंड के छकना। असीं रोटियां तक सीमित रह गए भी यही वंड के छकना हुंदा। सो ये एक अखर जो गुरमुख जापै, तिस की निर्मल सोए। सोई तो भावे उहदी शोभा निर्मल पवित्र हो जाएगी, जिमें जिमें उहदी बुद्धि निर्मल होएगी।
ਗੁਰੂ ਮਹਾਰਾਜ ਜੀ ਨੇ ਆਖਿਆ, ਜਿਹੜਾ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਆਪਾਂ ਉੱਤੇ ਗੱਲ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੁਰੂ ਨਾਨਕ ਸਾਹਿਬ 10 ਗੁਰੂ ਸਾਹਿਬਾਨ ਨੇ ਮਾਨਵਤਾ ਨੂੰ ਬਰਾਬਰਤਾ 'ਤੇ ਲਿਆ ਕੇ ਖੜਾ ਕੀਤਾ। ਨਾ ਕੋਈ ਉੱਚਾ ਹੈ, ਨਾ ਕੋਈ ਨੀਵਾਂ ਹੈ, ਨਾ ਕੋਈ ਭਲਾ ਹੈ, ਨਾ ਬੁਰਾ ਹੈ। ਮਨੁੱਖ ਦੇ ਭਲੇ ਬੁਰੇ ਕਰਮ ਹੁੰਦੇ ਨੇ। ਮਨੁੱਖ ਸਾਰੇ ਹੀ ਉਸ ਮਾਲਕ ਤੋਂ ਅਸੀਂ ਏਕ ਜੋਤ 'ਤੇ ਸਭ ਜਗ ਉਪਜਿਆ। ਅਸੀਂ ਸਾਰੇ ਉਸ ਏਕ ਨੂਰ 'ਤੇ ਸਭ ਜਗ ਉਪਜਿਆ। ਅਸੀਂ ਸਭ ਜੀ ਜੰਤ ਉਸ ਇੱਕ ਨੂਰ ਤੋਂ ਹੀ ਪੈਦਾ ਹੋਏ ਹਾਂ। ਤੇ ਫਿਰ ਕਿਉਂ ਇਹ ਬਣਾਇਆ ਗਿਆ ਕਿ ਇਹ ਸ਼ੂਦਰ ਹੈ, ਇਸ ਨੂੰ ਸ਼ਬਦ ਪੜ੍ਹਨ ਦਾ ਹੱਕ ਹੀ ਨਹੀਂ। ਇਹ ਸਕੂਲ ਨਹੀਂ ਜਾ ਸਕਦਾ, ਇਹ ਧਰਮ ਮੰਦਰ ਵਿੱਚ ਨਹੀਂ ਜਾ ਸਕਦਾ, ਇਹ ਉਪਦੇਸ਼ ਸੁਣ ਨਹੀਂ ਸਕਦਾ, ਇਹ ਉਪਦੇਸ਼ ਦੇ ਨਹੀਂ ਸਕਦਾ। ਗੁਰੂ ਜੀ ਨੇ ਆਖਿਆ ਨਹੀਂ, ਇਹਨਾਂ 4 ਤਰ੍ਹਾਂ ਦੇ ਜਿਹੜੇ ਲੋਕ ਇਹਨਾਂ ਲੋਕਾਂ ਨੇ ਬਣਾਏ ਨੇ। ਗੁਰੂ ਜੀ ਦੀ ਨਿਗਾਹ ਵਿੱਚ ਏਕ ਪਿਤਾ ਏਕਸ ਕੇ ਹਮ ਬਾਰਕ। ਜੇ ਅਸੀਂ ਇੱਕ ਪਿਤਾ ਦੇ ਪੁੱਤਰ ਹਾਂ, ਸਾਰੀ ਮਾਨਵਤਾ, ਫਿਰ ਕੋਈ ਸ਼ੂਦਰ ਕਿਵੇਂ ਹੋ ਗਿਆ ਤੇ ਬ੍ਰਾਹਮਣ ਕਿਵੇਂ ਹੋ ਗਿਆ? ਇੱਕ ਪਿਓ ਦੀ, ਇੱਕ ਮਾਂ ਦੀ ਔਲਾਦ ਤੇ ਇੱਕੋ ਜਿਹੀ ਹੋਣੀ ਚਾਹੀਦੀ ਹੈ। ਸੋ ਗੁਰੂ ਜੀ ਨੇ ਆਖਿਆ, ਉਪਦੇਸ਼ 4 ਵਰਨਾ ਕੋ ਸਾਂਝਾ। ਜਿਹੜਾ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ, ਇਹਨੂੰ ਦੁਨੀਆ ਦਾ ਕੋਈ ਵੀ ਵਿਅਕਤੀ ਪੜ੍ਹ ਸੁਣ ਸਮਝ ਸਕਦਾ ਹੈ ਤੇ ਦੂਜਿਆਂ ਤੱਕ ਪਹੁੰਚਾ ਸਕਦਾ ਹੈ। ਗੁਰਮੁਖ ਨਾਮ ਜਪੈ ਉਤਰੈ ਸੋ ਕਲ ਮਹਿ, ਘਟ ਘਟ ਨਾਨਕ ਮਾਝਾ। ਜਿਹੜਾ ਵੀ ਮਨੁੱਖ ਗੁਰੂ ਦੀ ਰਾਹੀਂ ਉਸ ਨਾਮ ਤੱਕ, ਉਸ ਸ਼ਬਦ ਤੱਕ ਆਪਣੀ ਰਸਾਈ ਕਰ ਲਵੇਗਾ, ਉਹ ਸੰਸਾਰ ਸਾਗਰ ਤੋਂ ਪਾਰ ਲੰਘ ਜਾਏਗਾ। ਤੇ ਅਖੀਰ ਜਦੋਂ ਉਹ ਨਾਮ ਦੀ ਕਮਾਈ ਕਰੇਗਾ, ਸ਼ਬਦ ਨੂੰ ਸਮਝੇਗਾ, ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਸਮਝੇਗਾ, ਤੇ ਉਹਨੂੰ ਇਹ ਸਮਝ ਪੈ ਜਾਏਗੀ ਕਿ ਉਹ ਅਕਾਲ ਪੁਰਖ ਵਾਹਿਗੁਰੂ ਘਟ ਘਟ ਵਿੱਚ ਸਮਾਇਆ ਹੋਇਆ ਹੈ। ਉਸ ਤੋਂ ਬਿਨਾਂ ਕੋਈ ਸਰੀਰ ਹੋ ਨਹੀਂ ਸਕਦਾ, ਉਸ ਤੋਂ ਬਿਨਾਂ ਕੋਈ ਆਕਾਰ ਹੋ ਨਹੀਂ ਸਕਦਾ। ਸਾਰਿਆਂ ਵਿੱਚ ਉਹ ਮਾਲਕ ਆਪ ਬਿਰਾਜਮਾਨ ਹੈ। ਦੂਸਰਾ ਬਚਨ ਹੈ, ਸ਼ਖਸੀ ਗੁਰੂ ਪਦਵੀ ਲਈ ਕਲਾ ਕਲੇਸ਼ ਨੂੰ ਖਤਮ ਕਰਨਾ। ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪੀ ਸੀ। ਅਸੀਂ ਇੱਕ ਦੋਹਰਾ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਗਲਾ ਉਹਦਾ ਬਚਨ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇੱਥੇ ਦਿੱਕਤ ਆਈ ਸਾਨੂੰ। ਅਸੀਂ ਜਦੋਂ ਸਾਨੂੰ ਇਸ ਦੋਹਰੇ ਵਿੱਚ ਪੜ੍ਹਨ ਨੂੰ ਮਿਲਿਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਮੰਨਣਾ ਹੈ ਜਿਵੇਂ ਇਹ ਗੁਰਾਂ ਦੀ ਦੇਹ ਹੋਵੇ, ਭਾਵ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੀਰ ਹੋਵੇ, ਫਿਰ ਅਸੀਂ ਉਸ ਤਰ੍ਹਾਂ ਮੰਨਣਾ ਸ਼ੁਰੂ ਕਰ ਦਿੱਤਾ, ਕਿਉਂਕਿ ਅਸੀਂ ਆਪਣੀ ਸੂਝ ਬੂਝ ਤੋਂ ਕੰਮ ਨਹੀਂ ਲੈਂਦੇ ਹਾਂ। ਜਗਤ ਕੀ ਭੇਡਾਂ ਚਾਲ ਵਾਲੀ ਗੱਲ ਹੈ, ਇੱਕ ਦੇ ਪਿੱਛੇ ਦੂਜੇ ਤੁਰੇ ਜਾਂਦੇ ਨੇ। ਮੈਂ ਇੱਕ ਸਾਧੂਆਂ ਦੇ ਆਸ਼ਰਮ 'ਤੇ ਗਿਆ ਸਾਂ, ਪੁਰਾਣੀ ਗੱਲ 30-35 ਵਰ੍ਹੇ ਪਹਿਲਾਂ। ਅੰਮ੍ਰਿਤ ਵੇਲੇ ਮੈਨੂੰ ਉੱਥੇ ਰਾਤ ਠਹਿਰਨ ਦਾ ਮੌਕਾ ਮਿਲਿਆ। ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਗੁਰੂ ਸਾਹਿਬ ਦਾ ਕਰਦੇ ਨੇ, ਮੈਂ ਵੀ ਉਹਨਾਂ ਦੇ ਨਾਲ ਉਹ ਸੇਵਾ ਵਿੱਚ ਹਾਜ਼ਰ ਹੋਇਆ। ਪ੍ਰਕਾਸ਼ ਕੀਤਾ ਗਿਆ, ਸ੍ਰੀ ਮੁਖ ਵਾਕ ਪੜ੍ਹਿਆ ਗਿਆ। ਮੈਂ ਸੋਚਿਆ ਕਿ ਹੁਣ ਉਹ ਨਿਤਨੇਮ ਦੀ ਬਾਣੀ ਦਾ ਪਾਠ ਕਰਨਗੇ, ਪਰ ਉਹਨਾਂ ਐਸਾ ਨਾ ਕੀਤਾ। ਉੱਥੇ ਇੱਕ ਥਾਲ ਵਿੱਚ ਉਹਨਾਂ ਨੇ ਚਾਹ ਦੀ ਗੜਵੀ ਨਾਲ ਇੱਕ ਕੱਪ ਤੇ ਕੁਝ ਖਾਣ ਲਈ ਬਿਸਕੁਟ ਵਗੈਰਾ ਉਹ ਪਲੇਟ ਵਿੱਚ ਪਾਏ ਥਾਲ ਵਿੱਚ, ਤੇ ਲਿਆ ਕੇ ਥੜਾ ਸਾਹਿਬ ਦੇ ਉੱਤੇ ਗੁਰੂ ਸਾਹਿਬ ਦੇ ਅੱਗੇ ਰੱਖੇ। ਤੇ ਉਹਨਾਂ ਨੂੰ ਤੇ ਸਾਰਿਆਂ ਨੂੰ ਪਤਾ ਸੀ, ਲੇਕਿਨ ਮੈਨੂੰ ਇਸ ਅਵਸਥਾ ਦਾ ਪਤਾ ਨਹੀਂ ਸੀ। ਮੈਨੂੰ ਆਖਣ ਲੱਗੇ, ਚਲੋ ਵੀਰ ਜੀ ਆਪਾਂ ਹੁਣ ਬਾਹਰ ਚੱਲੀਏ। ਮੈਂ ਕਿਹਾ ਪਾਠ ਨਹੀਂ ਕਰਨਾ। ਕਹਿੰਦੇ ਨਹੀਂ, ਪਹਿਲਾਂ ਗੁਰੂ ਮਹਾਰਾਜ ਚਾਹ ਛਕ ਲੈ। ਅਸੀਂ ਬਾਹਰ ਚਲੇ ਗਏ ਸਾਰੇ ਜਣੇ, ਤੇ ਉਹਨਾਂ ਨੇ 10-15 ਮਿੰਟ ਲਈ ਉਹ ਦਰਵਾਜ਼ਾ ਵੀ ਬੰਦ ਕਰਤਾ ਵੀ ਅੰਦਰ ਗੁਰੂ ਜੀ ਹੁਣ ਚਾਹ ਪੀਂਦੇ ਨੇ। 10-15-20 ਮਿੰਟ ਬਾਅਦ ਉਹਨਾਂ ਵਿੱਚੋਂ ਇੱਕ ਸੱਜਣ ਆਇਆ, ਤੇ ਉਹਨੇ ਆ ਕੇ ਉਹ ਥਾਲ ਚੁੱਕਿਆ ਚਾਹ ਵਾਲਾ ਤੇ ਬਾਹਰ ਲੈ ਗਿਆ।
ਤੇ ਮੈਨੂੰ ਅਸਲ 'ਚ ਪਤਾ ਨਹੀਂ ਸੀ, ਮੈਂ ਉਹਨਾਂ ਉੱਤੇ ਕੋਈ ਤਰਕ ਨਹੀਂ ਸਾਂ ਕਰ ਰਿਹਾ, ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਮੈਂ ਉਸ ਭਾਈ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਮੈਨੂੰ ਗੜਵੀ ਵਿਖਾ ਸਕਦੇ ਹੋ ਵੀ ਗੁਰੂ ਮਹਾਰਾਜ ਨੇ ਕਿੰਨੀ ਕੁ ਚਾਹ ਪੀ ਲਈ ਹੋਵੇਗੀ? ਤੇ ਉਹਨੇ ਪਤਾ ਮੈਨੂੰ ਆਖਿਆ ਕਿ ਤੂੰ ਸਾਖਤ ਹੈ। ਇਹ ਸ਼ਬਦ ਸਾਨੂੰ ਦੇ ਵੀ ਸਾਖਤਾਂ ਬੰਦਿਆਂ ਨੂੰ ਕੀ ਪਤਾ ਵੀ ਗੁਰੂ ਜੀ ਚਾਹ ਵੀ ਪੀਂਦੇ ਨੇ। ਪ੍ਰਗਟ ਗੁਰਾਂ ਕੀ ਦੇਹ ਜਦੋਂ ਅਸੀਂ ਮੰਨਾਂਗੇ ਉਦੋਂ ਇਹੋ ਕੁਛ ਹੀ ਹੋਏਗਾ। ਅਸੀਂ ਗੁਰੂ ਜੀ ਨੂੰ ਚਾਹ ਵੀ ਪਿਆਵਾਂਗੇ, ਗੁਰੂ ਜੀ ਨੂੰ ਰੋਟੀ ਵੀ ਖਵਾਵਾਂਗੇ, ਗੁਰੂ ਜੀ ਨੂੰ ਹੋਰ ਵੀ ਉਹ ਸਾਰੇ ਕੰਮ ਕਰਾਂਗੇ ਜੋ ਬੰਦੇ ਲਈ ਹੁੰਦੇ ਜ਼ਰੂਰੀ ਨੇ, ਪਰ ਅਸੀਂ ਕਰ ਨਹੀਂ ਪਾਵਾਂਗੇ। ਇਹ ਪੱਕੀ ਗੱਲ ਹੈ। ਸ਼ਬਦ ਪੂਰੇ ਬ੍ਰਹਿਮੰਡਾਂ ਵਿੱਚ ਵਿਆਪਕ ਹੈ। ਨਾ ਉਹਨੂੰ ਭੁੱਖ ਲੱਗਦੀ ਹੈ, ਨਾ ਉਹਨੂੰ ਪਿਆਸ ਲੱਗਦੀ ਹੈ, ਨਾ ਉਹਨੂੰ ਕਿਸੇ ਇਸ ਤਰ੍ਹਾਂ ਦੀ ਜ਼ਰੂਰਤ ਹੈ ਜੋ ਮਾਨਵ ਸਰੀਰ ਦੀਆਂ ਲੋੜਾਂ ਨੇ। ਸ਼ਬਦ ਦੀਆਂ ਇਹ ਲੋੜਾਂ ਨਹੀਂ ਹਨ। ਸ਼ਬਦ ਦੀ ਲੋੜ ਕੀ ਹੈ? ਸ਼ਬਦ ਦੀ ਲੋੜ ਹੈ ਸ਼ਬਦ ਨੂੰ ਸਮਝਣਾ, ਵਿਚਾਰਨਾ। ਇਹ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਸ਼ਬਦ ਲਿਖੇ ਹੋਏ ਨੇ, ਜਿਹੜੇ ਅਸੀਂ ਰੋਜ਼ ਦੋਹਰੇ ਵਿੱਚ ਪੜ੍ਹਦੇ ਹਾਂ ਅਰਦਾਸ ਤੋਂ ਬਾਅਦ। ਲੇਕਿਨ ਥੋੜ੍ਹਾ ਜਿਹਾ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਤੋਂ ਪਹਿਲਾਂ ਇੱਕ ਗਿਆਨੀ ਪ੍ਰਹਿਲਾਦ ਸਿੰਘ ਜੀ ਨੇ, ਗਿਆਨ ਸਿੰਘ ਮੇਰੇ ਤੋਂ ਗਲਤੀ ਨਾਲ ਲਿਖਿਆ ਗਿਆ, ਪ੍ਰਹਿਲਾਦ ਸਿੰਘ ਜੀ ਨੇ ਇੱਕ ਹੁਕਮਨਾਮੇ ਦੇ ਵਿੱਚ ਲਿਖਿਆ ਹੋਇਆ ਹੈ। ਉਹ ਕਹਿੰਦੇ ਨੇ, ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਇਹ ਜਿਹੜਾ ਬਚਨ ਹੈ ਇਹ ਗਿਆਨੀ ਗਿਆਨ ਸਿੰਘ ਨਾਲੋਂ ਪਹਿਲਾਂ ਦਾ। ਇਹ ਹੁਕਮਨਾਮੇ ਨੇ, ਰਹਿਤਨਾਮੇ ਨੇ, ਜਿਹੜੇ ਤਕਰੀਬਨ ਗੁਰੂ ਜੀ ਤੋਂ ਥੋੜ੍ਹੇ ਜਿਹੇ ਸਮੇਂ ਬਾਅਦ ਲਿਖੇ ਗਏ ਨੇ। ਗਿਆਨੀ ਗਿਆਨ ਸਿੰਘ ਵਾਲਾ ਪੰਥ ਪ੍ਰਕਾਸ਼ ਬਹੁਤ ਸਮਾਂ ਬਾਅਦ ਵਿੱਚ ਲਿਖਿਆ ਗਿਆ। ਉਹਨੇ ਲਿਖ ਦਿੱਤਾ ਕਿ ਪ੍ਰਗਟ ਗੁਰਾਂ ਕੀ ਦੇਹ ਗੁਰੂ ਨੂੰ ਮੰਨਣਾ ਹੈ। ਭਾਈ ਪ੍ਰਹਿਲਾਦ ਸਿੰਘ ਲਿਖਦੇ ਨੇ ਕਿ ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਖਾਲਸੇ ਨੂੰ ਤੇ ਪ੍ਰਗਟ ਗੁਰਾਂ ਦੀ ਦੇਹ ਮੰਨਿਆ ਜਾ ਸਕਦਾ ਹੈ, ਪਰ ਸ਼ਬਦ ਨੂੰ ਨਹੀਂ ਮੰਨਿਆ ਜਾ ਸਕਦਾ। ਸ਼ਬਦ ਦੇਹ ਨਹੀਂ ਹੁੰਦਾ, ਸ਼ਬਦ ਜੋਤ ਹੈ, ਸ਼ਬਦ ਗਿਆਨ ਹੈ, ਸ਼ਬਦ ਪ੍ਰਕਾਸ਼ ਹੈ। ਸੋ ਆਓ ਆਪਾਂ ਯਤਨ ਕਰੀਏ, ਇਸ ਗੱਲ ਨੂੰ ਵੀ ਜ਼ਰੂਰ ਸਮਝੀਏ, ਆਪਣੇ ਅੰਦਰ ਥਾਂ ਦਈਏ ਕਿ ਅਸੀਂ ਸ਼ਬਦ ਗੁਰੂ ਦੇ ਸਿੱਖ ਬਣਨਾ। ਭਾਵੇਂ ਮੈਂ ਤੁਹਾਡੇ ਨਾਲ ਬਹੁਤ ਵਾਰੀ ਗੱਲ ਕਰਦਾ ਹੁੰਦਾ ਕਿ ਦੇਹ ਜ਼ਰੂਰੀ ਹੈ। ਗੁਰੂ ਸਾਹਿਬ ਦੀ ਦੇਹ ਸੀ ਤੇ ਬਾਣੀ ਸਾਡੇ ਤੱਕ ਪਹੁੰਚੀ ਹੈ। ਦੇਹ ਨਾ ਹੁੰਦੀ ਤੇ ਬਾਣੀ ਵੀ ਨਹੀਂ ਸੀ ਸਾਡੇ ਤੱਕ ਪਹੁੰਚਣੀ। ਉਸ ਦੇਹ ਦਾ, ਉਸ ਸਰੀਰ ਦਾ ਅਤੀ ਸਤਿਕਾਰ ਸਾਨੂੰ ਕਰਨਾ ਚਾਹੀਦਾ ਹੈ। ਲੇਕਿਨ ਗੁਰੂ ਤਾਂ ਸ਼ਬਦ ਹੀ ਰਹਿੰਦਾ ਹੈ। ਗੁਰੂ ਸਾਹਿਬ ਦੇ ਵੇਲੇ ਵੀ ਗੁਰੂ ਸ਼ਬਦ ਹੀ ਸੀ। ਆਪਾਂ ਪੜ੍ਹਿਆ ਸੀ ਨਾ, ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹ ਰਹੇ ਸਾਂ ਤੇ ਗੁਰੂ ਸਾਹਿਬ ਸਿੱਖਾਂ ਨੂੰ ਇੱਕ ਥਾਂ ਤੇ ਇਹ ਗੱਲ ਸਮਝਾ ਰਹੇ ਸੀ ਕਿ ਜੇ ਗੁਰੂ ਸਰੀਰ ਨਾਲ ਜੁੜੋਗੇ ਤੇ ਵਿਛੜਨਾ ਪਏਗਾ, ਜੇ ਸ਼ਬਦ ਨਾਲ ਜੁੜੋਗੇ ਤੇ ਵਿਛੋੜਾ ਕਦੀ ਨਹੀਂ ਹੋਏਗਾ। ਕਿਉਂਕਿ ਸਰੀਰ ਨੇ ਸਦਾ ਨਹੀਂ ਰਹਿਣਾ। ਇਹ ਤੇ ਹੁਕਮ ਹੈ, ਇਹ ਤੇ ਸ੍ਰਿਸ਼ਟੀ ਦੀ ਬਣਤਰ ਇਹੋ ਜਿਹੀ ਬਣੀ ਹੈ। ਸਰੀਰ ਸਦਾ ਨਹੀਂ ਰਹੇਗਾ। ਸ਼ਬਦ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਨਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਸ਼ਬਦ ਨੂੰ ਹੀ ਆਖਿਆ। ਸ਼ਬਦ ਹੀ ਪਰਮੇਸ਼ਵਰ ਹੈ। ਸ਼ਬਦ ਤੋਂ ਹੀ ਕੀਤਾ ਪਸਾਓ ਏਕੋ ਕਵਾਓ। ਉਹ ਕਵਾਓ ਕੀ ਹੈ? ਇੱਕ ਸ਼ਬਦ ਹੈ। ਇਹ ਸ਼ਬਦ ਹੀ ਸਾਰੇ ਸਮਾਇਆ ਹੋਇਆ। ਉਹ ਸ਼ਬਦ ਨੂੰ ਆਪਾਂ ਸਮਝਣਾ। ਤੇ ਜਦੋਂ ਆਪਾਂ ਸ਼ਬਦ ਨੂੰ ਸਮਝਾਂਗੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਦਿਲੋਂ ਸਤਿਕਾਰ ਕਰਾਂਗੇ। ਫਿਰ ਅਸੀਂ ਆਹ ਕੁਛ ਕਰਮ ਕਾਂਡ ਨਹੀਂ ਕਰਾਂਗੇ ਜਿਹੜੇ ਅਸੀਂ ਇਹ ਖਾਣ ਪੀਣ ਵਾਲੇ ਤੇ ਪਹਿਨਣ ਵਾਲੇ ਕਰ ਰਹੇ। ਇਹਦੀ ਲੋੜ ਵੀ ਨਹੀਂ। ਸੋ ਆਪਾਂ ਜੀ ਕਮ ਸੇ ਕਮ ਆਪਾਂ ਤੇ ਸਮਝੀਏ, ਜਿੰਨੇ ਕੁ ਜੀ ਅੱਜ ਬੈਠੇ ਹਾਂ ਇੱਥੇ। ਚਲੋ ਆਪਾਂ ਸਾਰੀ ਦੁਨੀਆ ਨੂੰ ਤੇ ਨਹੀਂ ਸਮਝਾ ਪਾਵਾਂਗੇ, ਕਿਉਂਕਿ ਪ੍ਰਚਾਰਕ ਵੀ ਤੇ ਕਈ ਕਿਸਮਾਂ ਦੇ ਨੇ। ਕਈ ਤੇ ਜੋੜ ਹੀ ਇੱਥੇ ਰਹੇ ਨੇ ਵੀ ਇਹਦੇ ਸਰੀਰ ਨਾਲ ਜੁੜੋ। ਆਈ ਆਪਾਂ ਸਮਝੀਏ, ਆਪਾਂ ਸ਼ਬਦ ਨਾਲ ਜੁੜਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸ਼ਬਦ ਨਾਲ ਜੁੜਨ ਦੀ ਪ੍ਰੇਰਨਾ ਕਰਦੇ ਨੇ। ਸਮਾਂ ਹੋ ਗਿਆ, ਮੈਂ ਸੰਖੇਪ ਵਿੱਚ ਦੱਸਾਂਗਾ। ਨਕਲੀ ਗੁਰੂਆਂ ਤੋਂ ਬਚਾਉਣ ਲਈ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਸੀ।
ਆਪਾਂ ਨੂੰ ਇਹ ਵੀ ਪਤਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਕਾਲੇ, ਜਿਸ ਨੂੰ ਬਾਬਾ ਬਕਾਲਾ ਆਖਦੇ ਹਾਂ, ਜਦੋਂ ਉੱਥੇ ਰਹਿੰਦੇ ਸਨ, ਗੁਰੂ 8ਵੇਂ ਪਾਤਸ਼ਾਹ ਦਿੱਲੀ ਜੋਤੀ ਜੋ ਸਮਾਏ ਸਨ, ਤੇ ਉਹ ਆਖ ਗਏ ਸਨ ਬਾਬਾ ਬਕਾਲੇ, ਬਾਬਾ ਵਸੇ ਗ੍ਰਾਮ ਬਕਾਲੇ। ਤੇ ਬਾਬੇ ਬਕਾਲੇ ਇਤਿਹਾਸ ਕਹਿੰਦਾ ਕਿ 22 ਦੇਹਧਾਰੀ ਗੁਰੂ ਬਣ ਕੇ ਬਹਿ ਗਏ ਸਨ, ਤੇ ਸਾਰੇ ਆਪਣੇ ਆਪਣੇ ਝੰਡੇ ਗੱਡ ਕੇ ਬੈਠੇ ਸਨ। ਇਹ ਗੁਰੂ ਉਹ ਤੋਂ ਵਧੀਆ, ਉਹ ਗੁਰੂ ਉਹਦੇ ਤੋਂ ਵਧੀਆ ਹੈ, ਉਹ ਗੁਰੂ ਦਾ ਰਿਸ਼ਤਾ ਗੁਰੂ ਦੇ ਨੇੜੇ ਦਾ ਹੈ, ਉਹਦਾ ਰਿਸ਼ਤਾ ਦੂਰ ਦਾ ਹੈ। ਇਹ ਸਾਰੀਆਂ ਗੱਲਾਂ ਹੋ ਰਹੀਆਂ ਸਨ। ਕੋਈ ਕਹਿ ਰਿਹਾ ਸੀ ਮੈਂ ਸੋਢੀ ਹਾਂ, ਕੋਈ ਕਹਿ ਰਿਹਾ ਸੀ ਮੈਂ ਤੇ ਬੇਦੀ ਹਾਂ। ਇਹ ਸਾਰੇ ਝਗੜੇ ਹੀ ਮੁਕਾ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਕੋਈ ਨਾ ਸੋਢੀ ਤੇ ਨਾ ਕੋਈ ਬੇਦੀ, ਸ਼ਬਦ ਨਾਲ ਜੁੜੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਸ਼ਬਦ ਦੇ ਅੱਗੇ ਮੱਥਾ ਟੇਕਿਆ ਸੀ। ਗੁਰਬਾਣੀ ਕੀ ਆਖਦੀ ਹੈ ਸ਼ਬਦ ਦੇ ਸੰਬੰਧ ਵਿੱਚ? ਕੇਤੇ ਮਾਤ ਪਿਤਾ ਸੁਤ ਧੀਆਂ, ਕੇਤੇ ਗੁਰ ਚੇਲੇ ਫੁਨ ਹੁਆ, ਕਾਚੇ ਗੁਰ ਤੇ ਮੁਕਤ ਨਾ ਹੁਆ। ਇਹ ਜਿਹੜੇ ਕੱਚੇ ਪਿੱਲੇ ਗੁਰੂ ਨੇ ਜਿਹੋ ਜਿਹੇ 22 ਬਣ ਕੇ ਬੈਠੇ ਸਨ, ਆਪਾਂ ਨੂੰ ਇਹ ਵੀ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਏ ਸਨ। ਉਹਨਾਂ ਨਕਲੀ ਗੁਰੂਆਂ ਨੇ ਗੁਰੂ ਸਾਹਿਬ ਜੀ ਨੂੰ ਅੰਦਰ ਪ੍ਰਵੇਸ਼ ਨਹੀਂ ਸੀ ਹੋਣ ਦਿੱਤਾ, ਉਹ ਬਾਹਰ ਬੈਠ ਕੇ ਮੁੜ ਗਏ ਸਨ। ਇਹਨਾਂ ਕੱਚਿਆਂ ਗੁਰੂਆਂ ਤੋਂ ਮੁਕਤੀ ਦੀ ਭਾਲ ਜਾਂ ਸੋਚ ਨਾ ਰੱਖਿਆ ਜੇ ਕਿ ਇਹਨਾਂ ਲੋਕਾਂ ਦੇ ਕਹਿਣ 'ਤੇ ਸਾਡਾ ਕੋਈ ਭਲਾ ਹੋ ਜਾਏਗਾ। ਜੇ ਸਾਡਾ ਕੋਈ ਭਲਾ ਹੋਣਾ ਹੈ, ਜੇ ਸਾਡੀ ਕੋਈ ਵਿਚਾਰ ਉੱਚੀ ਉੱਠਣੀ ਹੈ, ਜੇ ਅਸੀਂ ਵਿਕਾਰਾਂ ਤੋਂ ਮੁਕਤ ਹੋਣਾ ਹੈ, ਤੇ ਉਹ ਕੇਵਲ ਤੇ ਕੇਵਲ ਸ਼ਬਦ ਦੇ ਲੜ ਲੱਗ ਕੇ, ਸ਼ਬਦ ਨੂੰ ਸਮਝ ਕੇ ਹੋ ਸਕੀਦਾ ਹੈ, ਕਿਸੇ ਮਨੁੱਖ ਦੇ ਜੰਤਰ ਮੰਤਰ ਨਾਲ ਨਹੀਂ ਹੋਇਆ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਦੇ ਦਿਨ ਸਿੱਖੀ ਮਹਾਨ ਉਹਦੇ ਪੰਨਾ 229 ਉੱਤੇ ਬਚਨ ਲਿਖੇ ਹੋਏ ਨੇ। ਗੁਰੂ ਗ੍ਰੰਥ ਕੋ ਦੇ ਗੱਦੀ, ਸਿਰ ਨਿਗੂੰ ਕਰ ਕੀਆ ਸਜਦਾ। ਸਿਰ ਨਿਗੂੰ ਦਾ ਮਤਲਬ ਹੈ ਜੀ ਸਿਰ ਝੁਕਾ ਕੇ ਸਿਜਦਾ ਕਰਨਾ। ਗੁਰੂ ਗ੍ਰੰਥ ਕੋ ਦੇ ਗੱਦੀ, ਸਿਰ ਨਿਗੂੰ ਕਰ ਕੀਆ ਸਜਦਾ, बचाया नकली गुरुओं से तेरे उपकार के सदके। ਆਪਾਂ ਗੱਲ ਸ਼ੁਰੂ ਕੀਤੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਪਕਾਰ ਗਿਣੇ ਨਹੀਂ ਜਾ ਸਕਦੇ। ਉਹਨਾਂ ਨੇ ਕਿੰਨੇ ਉਪਕਾਰ ਕੀਤੇ ਨੇ ਮਾਨਵ ਜਾਤੀ ਤੇ, ਨਾ ਕਿ ਕੇਵਲ ਸਿੱਖਾਂ ਤੇ। ਉਹਨਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਉਪਕਾਰ ਜਿਹੜਾ ਸਦੀਵ ਕਾਲ ਲਈ ਮਾਨਵਤਾ ਦੇ ਨਾਲ ਨਿਭਣ ਵਾਲਾ ਹੈ, ਜਾਂ ਇਸ ਤਰ੍ਹਾਂ ਆਖੀਏ ਜਿੰਨਾ ਚਿਰ ਮਾਨਵਤਾ ਰਹੇਗੀ ਉਹਨਾਂ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਰਹਿਣਗੇ। ਜੇ ਮਾਨਵਤਾ ਨਾ ਵੀ ਰਹੀ ਤੇ ਸ਼ਬਦ ਤੇ ਭਾਈ ਫਿਰ ਵੀ ਰਹਿਣਾ। ਸ਼ਬਦ ਕਦੇ ਮਿਟਦਾ ਨਹੀਂ। ਸ਼ਬਦ ਆਦਿ ਕਾਲ ਤੋਂ ਹੈ ਤੇ ਅੰਤ ਕਾਲ, ਆਪਾਂ ਅੰਤ ਕਾਲ ਸ਼ਬਦ ਵਰਤ ਲੈਂਦੇ ਪਰ ਅੰਤ ਕਾਲ ਹੋਣਾ ਨਹੀਂ। ਇਹ ਸਦਾ ਸਦਾ ਲਈ ਹੈ। ਗੁਰੂ ਸਾਹਿਬ ਨੇ ਤਾਂ ਹੀ ਆਖਿਆ ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਅਸੀਂ ਉਸ ਗੁਰੂ ਨਾਲ ਜੁੜਨਾ ਹੈ ਜਿਹੜਾ ਗੁਰੂ ਸਾਰਿਆਂ ਵਿੱਚ ਸਮਾਇਆ ਹੋਇਆ, ਉਸ ਸ਼ਬਦ ਗੁਰੂ ਨਾਲ ਜੁੜਨਾ ਹੈ। ਸੋ ਆਪਾਂ ਜੀ ਯਤਨ ਕਰੀਏ। ਅੱਜ ਦਾ ਦਿਨ ਸਾਡੇ ਲਈ ਬੜਾ ਮਹਾਨ ਹੈ, ਪਰ ਆਪਾਂ ਸਿੱਖ ਲੋਕ ਹੋਰ ਕੰਮਾਂ ਵਿੱਚ ਤੇ ਤੁਰੇ ਫਿਰਦੇ ਹਾਂ, ਗਲਤਾਨ ਹੋਏ ਫਿਰਦੇ ਹਾਂ। ਅੱਜ ਦਾ ਦਿਨ ਸਾਡੇ ਲਈ ਇਸ ਕਰਕੇ ਮਹਾਨ ਹੈ ਕਿ ਸਾਨੂੰ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਕਲੀ, ਦੰਭੀ, ਪਖੰਡੀ ਗੁਰੂਆਂ ਤੋਂ ਸਾਡਾ ਖਹਿੜਾ ਛੁਡਵਾਇਆ ਸੀ। ਸਾਨੂੰ ਉਹਨਾਂ ਨੇ ਉਸ ਗੁਰੂ ਦੇ ਲੜ ਲਾਇਆ ਸੀ ਜਿਹੜਾ ਗੁਰੂ ਸਦੀਵ ਕਾਲ ਲਈ ਸਾਡੇ ਨਾਲ ਰਹੇਗਾ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਮੇਰਾ ਗੁਰੂ ਸਦਾ ਮੇਰੇ ਨਾਲ ਹੈ, ਪਰ ਨਾਲ ਕਿਵੇਂ ਰਹੇਗਾ ਜੇ ਅਸੀਂ ਉਹਨੂੰ ਯਾਦ ਰੱਖਾਂਗੇ।
ਉਸ ਗੁਰੂ ਨੂੰ ਹਮੇਸ਼ਾ ਯਾਦ ਰੱਖੀਏ, ਕਦੇ ਨਾ ਭੁਲਾਈਏ। ਤੇ ਉਹਨਾਂ ਗੁਰੂਆਂ ਦੇ ਉਪਕਾਰ ਜਿਹੜੇ ਨੇ, ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਉਹ ਮਹਾਂਪੁਰਸ਼ ਕਹਿੰਦੇ ਸਨ, ਮੈਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਸਾਹਿਬ ਦੇ ਪਰਉਪਕਾਰਾਂ ਨੂੰ ਯਾਦ ਕਰਦਾ ਤੇ ਸਹਿਜ ਸੁਭਾਏ ਮੇਰੇ ਮੂੰਹੋਂ ਨਿਕਲਦਾ ਵਾਹਿਗੁਰੂ ਗੁਰੂ ਨਾਨਕ। ਮੇਰੇ ਮੁਖ ਤੋਂ ਸਹਿਜ ਸੁਭਾਏ ਨਿਕਲਦਾ ਹੈ, ਮੇਰੇ ਅੰਦਰੋਂ ਨਿਕਲਦਾ ਹੈ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ। ਇਹ ਹੈ ਨਾਮ ਜਪਣ ਦਾ ਢੰਗ। ਅਸੀਂ ਆਪਣੇ ਬਜ਼ੁਰਗਾਂ ਦੇ, ਗੁਰੂਆਂ ਦੇ, ਮਹਾਂਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲੀਏ ਤੇ ਤਨੋ ਮਨੋ ਸ਼ਬਦ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਵਿਚਾਰ ਕਰਦਿਆਂ ਮੇਰੇ ਪਾਸੋਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।